Religion Outlook. ਸ਼ਲੋਕ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਈ। ਹੇ ਪ੍ਰਭੂ, ਮੈਂ ਫਿਰਦਾ ਫਿਰਦਾ ਭਟਕਦਾ ਭਟਕਦਾ ਤੇਰੀ ਸ਼ਰਨ ਆ ਪਿਆ ਹਾਂ। ਨਾਨਕ ਦੀ ਤੇਰੇ ਅੱਗੇ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਦੇ ਵਿੱਚ ਜੋੜ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਇਹ 20ਵੀਂ ਅਸ਼ਟਪਦੀ ਹੈ। ਇਹ ਪ੍ਰਭੂ ਦੀ ਭਗਤੀ ਤੇ ਕੇਂਦਰਿਤ ਹੈ। ਸ਼ਲੋਕ ਵਾਲੀਆਂ ਪੰਕਤੀਆਂ ਦੇ ਵਿੱਚ ਹੀ ਅਸੀਂ ਵੇਖ ਸਕਦੇ ਹਾਂ ਕਿ ਗੁਰੂ ਜੀ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਪਏ ਹਨ ਕਿ ਮੈਨੂੰ ਆਪਣੀ ਭਗਤੀ ਦੇ ਵਿੱਚ ਜੋੜ। ਤੇ ਇਦਾਂ ਦਾ ਹੀ ਭਾਵ ਸਾਨੂੰ ਬਾਕੀ ਦੀ ਅਸ਼ਟਪਦੀ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ। ਅਸ਼ਟਪਦੀ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਜਾਚਕ ਤੋਂ ਭਾਵ ਮੰਗਤਾ ਤੇ ਜਨ ਤੋਂ ਭਾਵ ਸੇਵਕ ਜਾਂ ਮਨੁੱਖ। ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਮੈਂ ਮੰਗਤਾ ਦਾਸ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ। ਜਾਚਕ ਜਨ ਜਾਚੈ, ਜਾਚੈ ਤੋਂ ਭਾਵ ਮੰਗਦਾ ਹਾਂ। ਪ੍ਰਭ ਦਾਨ, ਪ੍ਰਭੂ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ। ਕਰ ਕਿਰਪਾ ਦੇਵੋ ਹਰ ਨਾਮ, ਮੇਰੇ ਤੇ ਕਿਰਪਾ ਕਰੋ ਤੇ ਆਪਣਾ ਨਾਮ ਬਖਸ਼ ਦਿਓ। ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਹੇ ਪਾਰ ਬ੍ਰਹਮ, ਮੇਰੀ ਇੱਛਾ ਪੂਰੀ ਕਰ। ਮੈਨੂੰ ਸਾਧ ਜਨਾਂ ਦੇ ਚਰਨਾਂ ਦੀ ਧੂੜ ਬਖਸ਼ ਦੇ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ। ਗੁਰੂ ਜੀ ਕਹਿੰਦੇ ਮੇਰੀ ਇਹ ਇੱਛਾ ਹੈ ਕਿ ਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ ਆਪਣੇ ਹਰ ਸਾਹ ਦੇ ਨਾਲ। ਹੇ ਪ੍ਰਮਾਤਮਾ, ਮੈਂ ਤੈਨੂੰ ਧਿਆਵਾਂ। ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਕਿ ਮੇਰੀ ਪ੍ਰੀਤ ਪ੍ਰਮਾਤਮਾ ਦੇ ਕਮਲਾਂ ਵਰਗੇ ਸੋਹਣੇ ਚਰਨਾਂ ਦੇ ਨਾਲ ਲੱਗੀ ਰਹੇ। ਮੈਂ ਹਰ ਰੋਜ਼ ਪ੍ਰਮਾਤਮਾ ਦੀ ਭਗਤੀ ਕਰਦਾ ਰਹਾਂ। ਏਕ ਓਟ ਇੱਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਗੁਰੂ ਜੀ ਕਹਿੰਦੇ ਕਿ ਪ੍ਰਭੂ ਦਾ ਨਾਮ ਹੀ ਮੇਰੇ ਲਈ ਇੱਕ ਓਟ ਹੈ ਤੇ ਪ੍ਰਭੂ ਦਾ ਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ। ਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ। ਸੋ ਪੂਰੀ ਪਦੀ ਦੇ ਵਿੱਚ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਹੈ ਕਿ ਹੇ ਪ੍ਰਮਾਤਮਾ, ਮੈਨੂੰ ਆਪਣੀ ਭਗਤੀ ਦੇ ਵਿੱਚ ਜੋੜ ਲੈ। ਗੁਰੂ ਜੀ ਨੇ ਆਪਣੀ ਇੱਛਾ ਵਿਅਕਤ ਕੀਤੀ ਹੈ ਤੇ ਉਹ ਇੱਛਾ ਕੋਈ ਦੁਨਿਆਵੀ ਪਦਾਰਥ ਹਾਸਲ ਕਰਨ ਦੀ ਨਹੀਂ, ਉਹ ਇੱਛਾ ਪ੍ਰਮਾਤਮਾ ਦੇ ਨਾਲ ਜੁੜਨ ਦੀ ਹੈ। ਕਿਉਂਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਜੁੜ ਗਏ, ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਨਾਲ ਜੋੜ ਲਿਆ, ਦੁਨਿਆਵੀ ਪਦਾਰਥਾਂ ਦੇ ਵਿੱਚੋਂ ਮਿਲਣ ਵਾਲਾ ਸੁੱਖ, ਦੁਨਿਆਵੀ ਪਦਾਰਥਾਂ 'ਚੋਂ ਮਿਲਣ ਵਾਲੀ ਖੁਸ਼ੀ ਛੋਟੀ ਲੱਗਣ ਲੱਗਦੀ ਹੈ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਈ। ਜੇਕਰ ਪ੍ਰਭੂ ਦੀ ਮਿਹਰ ਦੀ ਨਿਗਾਹ ਸਾਡੇ ਤੇ ਹੋ ਜਾਏ ਤਾਂ ਅਸੀਂ ਬੜਾ ਹੀ ਸੁੱਖ ਪ੍ਰਾਪਤ ਕਰਦੇ ਹਾਂ। ਮਹਾ ਸੁੱਖ ਸਾਨੂੰ ਮਿਲਦਾ ਹੈ। ਮਹਾ ਸੁੱਖ ਕਿਉਂ? ਕਿਉਂਕਿ ਉਸ ਵਰਗਾ ਸੁੱਖ ਸਾਨੂੰ ਕਿਸੇ ਵੀ ਦੁਨਿਆਵੀ ਵਰਤਾਰੇ ਜਾਂ ਦੁਨਿਆਵੀ ਪਦਾਰਥ ਦੇ ਵਿੱਚੋਂ ਨਹੀਂ ਮਿਲਦਾ। ਪਰ ਇਹ ਹਰ ਰਸ ਕੋਈ ਵਿਰਲਾ ਮਨੁੱਖ ਹੀ ਚੱਖ ਪਾਉਂਦਾ ਹੈ। ਜਿਨ ਚਾਖਿਆ ਸੇ ਜਨ ਤ੍ਰਿਪਤਾਨੀ। ਪਰ ਇਹ ਗੱਲ ਜ਼ਰੂਰ ਹੈ ਕਿ ਜਿਸ ਮਨੁੱਖ ਨੇ ਵੀ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਲਿਆ, ਉਹਦਾ ਮਨ ਰੱਜ ਜਾਂਦਾ ਹੈ, ਉਹ ਤ੍ਰਿਪਤ ਹੋ ਜਾਂਦਾ ਹੈ। ਉਹਨੂੰ ਕਿਸੇ ਵੀ ਚੀਜ਼ ਦੀ ਕੋਈ ਤਾਂਘ ਨਹੀਂ ਰਹਿ ਜਾਂਦੀ। ਉਹਦੀ ਮਾਇਆ ਦੀ ਭੱਜ ਦੌੜ ਖਤਮ ਹੋ ਜਾਂਦੀ ਹੈ। ਪੂਰਨ ਪੁਰਖ ਨਹੀਂ ਡੋਲਾਨੇ, ਉਹ ਪੂਰਨ ਮਨੁੱਖ ਬਣ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਘਾਟੇ ਵਾਧਿਆਂ ਨੂੰ ਜਰਨ ਦੀ ਹਿੰਮਤ ਆ ਜਾਂਦੀ ਹੈ। ਕੋਈ ਵੀ ਘਾਟਾ ਹੋ ਜਾਏ ਵੱਡੇ ਤੋਂ ਵੱਡਾ, ਉਹ ਡੋਲਦਾ ਨਹੀਂ। ਜ਼ਿੰਦਗੀ ਦੇ ਵਿੱਚ ਕਿਹੋ ਜਿਹੀਆਂ ਵੀ ਪਰਿਸਥਿਤੀਆਂ ਆ ਜਾਣ,
ਉਹ ਪੂਰਨ ਮਨੁੱਖ ਕਦੇ ਡੋਲਦਾ ਨਹੀਂ ਜਿਹਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਲਿਆ ਹੋਵੇ। ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ। ਸੁਭਰ ਤੋਂ ਭਾਵ ਨਕਾ ਨਕ ਭਰੇ ਹੋਣਾ। ਉਹ ਮਨੁੱਖ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਨਾਲ, ਪ੍ਰੇਮ ਦੀ ਮੌਜ ਦੇ ਨਾਲ ਨਕਾ ਨਕ ਭਰ ਜਾਂਦਾ ਹੈ। ਸਾਧ ਜਨਾਂ ਨੂੰ ਮਿਲ ਕੇ, ਸਾਧ ਜਨਾਂ ਦਾ ਸੰਗ ਕਰਕੇ ਉਹਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਉ ਪੈਦਾ ਹੋ ਜਾਂਦਾ ਹੈ। ਉਪਜੈ ਚਾਉ ਸਾਧ ਕੈ ਸੰਗ, ਪਰੇ ਸ਼ਰਨ ਆਨ ਸਭ ਤਿਆਗ। ਹੋਰ ਸਾਰੇ ਆਸਰੇ ਛੱਡ ਕੇ ਉਹ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਪੈਂਦਾ ਹੈ। ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ, ਉਹਦੇ ਅੰਦਰ ਚਾਨਣ ਹੋ ਜਾਂਦਾ ਹੈ, ਗਿਆਨ ਦਾ ਚਾਨਣ, ਪ੍ਰਮਾਤਮਾ ਦੇ ਨਾਲ ਪ੍ਰੇਮ ਦਾ ਚਾਨਣ। ਫਿਰ ਉਹਦੀ ਲਿਵ ਹਰ ਰੋਜ਼ ਹੀ ਪ੍ਰਮਾਤਮਾ ਦੇ ਨਾਲ ਲੱਗੀ ਰਹਿੰਦੀ ਹੈ, ਹਰ ਵੇਲੇ ਹੀ ਪ੍ਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਪਰ ਵੱਡੇ ਭਾਗਾਂ ਵਾਲੇ ਬੰਦਿਆਂ ਨੇ ਹੀ ਪ੍ਰਭੂ ਨੂੰ ਸਿਮਰਿਆ ਹੈ। ਇਹ ਨਾਨਕ, ਪ੍ਰਭੂ ਦੇ ਨਾਮ ਵਿੱਚ ਰਤਿਆਂ ਸੁਖ ਹੁੰਦਾ ਹੈ, ਸੁਖ ਪ੍ਰਾਪਤ ਹੁੰਦਾ ਹੈ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਦੋਂ ਸੇਵਕ ਆਪਣੇ ਗੁਰੂ ਪਾਸੋਂ ਉੱਤਮ ਸਿੱਖਿਆ ਲੈ ਲੈਂਦਾ ਹੈ, ਉਹਦੇ ਮਨ ਦੀਆਂ ਸਾਰੀਆਂ ਹੀ ਮਨਸਾ, ਸਾਰੀਆਂ ਹੀ ਇੱਛਾਵਾਂ ਸੰਪੂਰਨ ਹੋ ਜਾਂਦੀਆਂ ਹਨ। ਉਹਦੀ ਮਾਇਆ ਵਾਲੀ ਦੌੜ ਭੱਜ ਮੁੱਕ ਜਾਂਦੀ ਹੈ। ਮਨ ਦੇ ਵਿੱਚ ਕੋਈ ਵੀ ਅਧੂਰੀਆਂ ਇੱਛਾਵਾਂ ਨਹੀਂ ਰਹਿ ਜਾਂਦੀਆਂ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਆਪਣੇ ਸੇਵਕਾਂ ਦੇ ਉੱਪਰ ਪ੍ਰਭੂ ਸਦਾ ਹੀ ਮਿਹਰਬਾਨ ਹੁੰਦਾ ਹੈ। ਉਹ ਸਦਾ ਹੀ ਸੇਵਕ ਨੂੰ ਨਿਹਾਲ ਰੱਖਦਾ ਹੈ, ਖਿੜੇ ਮੱਥੇ ਰੱਖਦਾ ਹੈ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਿਆ। ਸੇਵਕ ਦੇ ਮਾਇਆ ਵਾਲੇ ਬੰਧਨ ਕੱਟੇ ਜਾਂਦੇ ਹਨ, ਸੇਵਕ ਮੁਕਤ ਹੋ ਜਾਂਦਾ ਹੈ। ਉਹਦੇ ਜਨਮ ਮਰਨ ਦੇ ਗੇੜ ਦਾ ਦੁੱਖ ਵੀ ਖਤਮ ਹੋ ਜਾਂਦਾ ਹੈ। ਇੱਛ ਪੁਨੀ ਸ਼ਰਧਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ। ਪ੍ਰਮਾਤਮਾ ਦਾ ਸੇਵਕ ਜੋ ਮਨੁੱਖ ਬਣ ਜਾਏ, ਉਹਦੀ ਹਰ ਇੱਛਾ ਸਿਰੇ ਚੜ੍ਹ ਜਾਂਦੀ ਹੈ। ਉਹਨੂੰ ਹਰ ਥਾਂ ਤੇ ਹਰ ਸ਼ੈ ਦੇ ਵਿੱਚ ਪ੍ਰਮਾਤਮਾ ਵਸਿਆ ਹੋਇਆ ਦਿਖਦਾ ਹੈ, ਵਿਆਪਕ ਦਿਖਦਾ ਹੈ। ਜਿਸ ਕਾ ਸਾਥ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਹੇ ਨਾਨਕ, ਜਿਸ ਮਾਲਕ ਦਾ, ਜਿਸ ਪ੍ਰਮਾਤਮਾ ਦਾ ਉਹ ਮਨੁੱਖ ਸੇਵਕ ਬਣਦਾ ਹੈ, ਉਹ ਪ੍ਰਮਾਤਮਾ ਆਪਣੇ ਸੇਵਕ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸੇਵਕ ਸਦਾ ਹੀ ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਟਿਕਿਆ ਰਹਿੰਦਾ ਹੈ, ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾਇਆ ਰਹਿੰਦਾ ਹੈ। ਸੋ ਕਿਉ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉ ਬਿਸਰੈ ਜੇ ਕੀਆ ਜਾਣੈ। ਭਾਨੈ ਤੋਂ ਭਾਵ ਭੰਨਣਾ ਜਾਂ ਅਜ਼ਾਈਂ ਜਾਣ ਦੇਣਾ। ਗੁਰੂ ਜੀ ਕਹਿੰਦੇ ਕਿ ਮਨੁੱਖ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ। ਘਾਲ ਤੋਂ ਭਾਵ ਮਿਹਨਤ। ਜੋ ਮਨੁੱਖ ਦੀ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੰਦਾ, ਉਹ ਪ੍ਰਮਾਤਮਾ ਸਾਡੇ ਵੱਲੋਂ ਕੀਤੀ ਹੋਈ ਮਿਹਨਤ ਨੂੰ ਕਦੇ ਵਿਅਰਥ ਨਹੀਂ ਜਾਣ ਦਿੰਦਾ। ਫਿਰ ਅਸੀਂ ਪ੍ਰਮਾਤਮਾ ਨੂੰ ਕਿਉਂ ਵਿਸਾਰ ਦਿੰਦੇ ਹਾਂ। ਸੋ ਕਿਉ ਵਿਸਰੈ ਜੇ ਕੀਆ ਜਾਣੈ। ਉਸ ਪ੍ਰਮਾਤਮਾ ਨੂੰ ਅਸੀਂ ਕਿਉਂ ਵਿਸਾਰ ਦਿੰਦੇ ਹਾਂ ਜੋ ਸਾਡੀ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ, ਸਾਡੇ ਵੱਲੋਂ ਕੀਤੀ ਕਮਾਈ ਨੂੰ ਯਾਦ ਰੱਖਦਾ ਹੈ, ਜਾਣਦਾ ਹੈ। ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉ ਵਿਸਰੈ ਜੇ ਜੀਵਨ ਜੀਆ। ਉਹ ਪ੍ਰਮਾਤਮਾ ਮਨੁੱਖਾਂ ਨੂੰ ਕਿਉਂ ਵਿਸਰ ਜਾਂਦਾ ਹੈ ਜਿਸ ਨੇ ਮਨੁੱਖਾਂ ਨੂੰ ਸਭ ਕੁਝ ਦਿੱਤਾ ਹੈ, ਜੋ ਇਹਨਾਂ ਦੀ ਜ਼ਿੰਦਗੀ ਦਾ ਆਸਰਾ ਹੈ। ਪ੍ਰਮਾਤਮਾ ਨੇ ਇਸ ਕੁਦਰਤ ਦਾ ਸਿਸਟਮ ਬਣਾਇਆ ਹੈ, ਉਸ ਸਿਸਟਮ ਨੂੰ ਵਰਤ ਕੇ ਹੀ ਅਸੀਂ ਜਿਉਂਦੇ ਹਾਂ। ਉਹਦਾ ਇੱਕ ਹਿੱਸਾ ਇਹ ਵੀ ਹੈ ਕਿ ਸਾਨੂੰ ਜਿਉਣ ਦੇ ਲਈ ਆਕਸੀਜਨ ਚਾਹੀਦੀ ਹੈ,
ਹਵਾ ਦੇ ਵਿੱਚ ਆਕਸੀਜਨ ਪ੍ਰਮਾਤਮਾ ਨੇ ਹੀ ਪੈਦਾ ਕੀਤੀ ਹੈ। ਇਹ ਸਿਸਟਮ ਜੋ ਹੈ ਇਹ ਪ੍ਰਮਾਤਮਾ ਨੇ ਹੀ ਬਣਾਇਆ ਹੈ। ਸੋ ਸਾਡੇ ਜੀਵਨ ਦਾ ਆਸਰਾ ਤੇ ਇੱਥੇ ਹੀ ਵੱਜ ਜਾਂਦਾ ਹੈ। ਜੇਕਰ ਪ੍ਰਮਾਤਮਾ ਆਪਣਾ ਹੱਥ ਸਾਡੇ ਤੋਂ ਚੁੱਕ ਲਵੇ ਤਾਂ ਮਨੁੱਖ ਹਵਾ ਦੇ ਵਿੱਚ ਆਕਸੀਜਨ ਕਿਵੇਂ ਪੈਦਾ ਕਰ ਲਏਗਾ। ਜਿਸ ਸਮੇਂ ਦੇ ਵਿੱਚੋਂ ਅਸੀਂ ਅੱਜ ਲੰਘ ਰਹੇ ਹਾਂ, ਮੁਸੀਬਤ ਦਾ ਸਮਾਂ, ਕਰੋਨਾ ਦਾ ਦੌਰ ਹੈ। ਇਸ ਦੌਰ ਦੇ ਵਿੱਚ ਆਮ ਨਾਲੋਂ ਬਹੁਤ ਜ਼ਿਆਦਾ ਲੋਕ ਬਿਮਾਰ ਹੋ ਗਏ ਤੇ ਹਸਪਤਾਲਾਂ ਦੇ ਵਿੱਚ ਜੋ ਮੈਡੀਕਲ ਆਕਸੀਜਨ ਹੁੰਦੀ ਹੈ ਉਹਦੀ ਵੀ ਘਾਟ ਪੈਦਾ ਹੋ ਗਈ। ਸਾਰੀ ਆਬਾਦੀ ਬਿਮਾਰ ਨਹੀਂ ਹੋਈ, ਕੁਝ ਹਿੱਸਾ ਬਿਮਾਰ ਹੋਇਆ। ਉਹਨਾਂ ਦੇ ਲਈ ਵੀ ਅਸੀਂ ਆਕਸੀਜਨ ਤਿਆਰ ਨਹੀਂ ਕਰ ਸਕੇ। ਤਾਂ ਸੋਚੋ, ਸਾਰੀ ਲੋਕਾਈ ਦੇ ਲਈ ਅਸੀਂ ਕਿਵੇਂ ਤਿਆਰ ਕਰ ਲਵਾਂਗੇ ਤੇ ਕਿੰਨਾ ਕੁ ਲੰਬਾ ਸਮਾਂ ਤਿਆਰ ਕਰ ਲਵਾਂਗੇ। ਉਹਨੂੰ ਤਿਆਰ ਕਰਨ ਦੇ ਲਈ ਵੀ ਜੋ ਪਦਾਰਥ ਚਾਹੀਦੇ ਨੇ ਉਹ ਵੀ ਕਿਤੇ ਨਾ ਕਿਤੇ ਪਰਮਾਤਮਾ ਨੇ ਹੀ ਬਣਾਏ ਹੋਣੇ ਨੇ। ਜਿਨ੍ਹਾਂ ਸਿਲੰਡਰਾਂ ਦੇ ਵਿੱਚ ਆਕਸੀਜਨ ਭਰੀ ਜਾਂਦੀ ਹੈ ਲੋਹੇ ਦੇ ਜਾਂ ਸਟੀਲ ਦੇ ਬਣਦੇ ਨੇ, ਤੇ ਇਹ ਲੋਹਾ ਜਾਂ ਸਟੀਲ ਜਾਂ ਜਿਸ ਕਿਸੇ ਵੀ ਮੈਟਲ ਦੇ, ਜਿਸ ਕਿਸੇ ਵੀ ਪਦਾਰਥ ਦੇ ਉਹ ਸਿਲੰਡਰ ਨੇ, ਉਹਦਾ ਮੁੱਢ ਵੀ ਕਿਤੇ ਨਾ ਕਿਤੇ ਧਰਤੀ ਨਾਲ ਬੱਝਾ ਹੈ। ਜ਼ਿਆਦਾਤਰ ਜਿਹੜੀਆਂ ਧਾਤਾਂ ਨੇ ਉਹ ਧਰਤੀ 'ਚੋਂ ਹੀ ਕੱਢੀਆਂ ਜਾਂਦੀਆਂ ਨੇ, ਬਾਅਦ ਦੇ ਵਿੱਚ ਉਹਨਾਂ ਨੂੰ ਸੋਧ ਕੇ ਵਰਤੋਂ ਯੋਗ ਬਣਾਇਆ ਜਾਂਦਾ ਹੈ। ਸੋ ਕਹਿਣ ਤੋਂ ਭਾਵ ਕਿ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਜੀਵਨ ਦਾ ਆਸਰਾ ਪਰਮਾਤਮਾ ਹੈ, ਉਹਦੇ ਵੱਲੋਂ ਬਣਾਈ ਹੋਈ ਕੁਦਰਤ ਹੈ। ਜੇਕਰ ਉਹ ਨਾ ਹੋਵੇ ਤੇ ਅਸੀਂ ਜੀਵਤ ਨਹੀਂ ਰਹਿ ਸਕਦੇ। ਪਰ ਫਿਰ ਵੀ ਮਨੁੱਖ ਪਰਮਾਤਮਾ ਨੂੰ ਭੁਲਾਈ ਰੱਖਦਾ ਹੈ। ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਅਗਨ ਤੋਂ ਭਾਵ ਇੱਥੇ ਮਾਂ ਦੇ ਪੇਟ ਦੀ, ਮਾਂ ਦੀ ਕੁੱਖ ਦੀ ਅੱਗ ਹੈ। ਅਸੀਂ ਸਭ ਜਾਣਦੇ ਹਾਂ ਕਿ ਸਾਡੇ ਅੰਦਰ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਤੇ ਜਦੋਂ ਇੱਕ ਔਰਤ ਗਰਭਵਤੀ ਹੁੰਦੀ ਹੈ ਤਾਂ ਉਹ ਗਰਮੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਉਸ ਗਰਮੀ ਦੇ ਵਿੱਚ ਵੀ ਬੱਚਾ ਸੁਰੱਖਿਅਤ ਰਹਿੰਦਾ ਹੈ। ਇੰਨੀ ਜ਼ਿਆਦਾ ਗਰਮੀ ਦੇ ਵਿੱਚ ਵੀ ਪ੍ਰਮਾਤਮਾ ਉਸ ਬੱਚੇ ਨੂੰ ਬਚਾ ਕੇ ਰੱਖਦਾ ਹੈ, ਤਾਂ ਫਿਰ ਅਸੀਂ ਉਸ ਪ੍ਰਮਾਤਮਾ ਨੂੰ ਕਿਉਂ ਭੁੱਲ ਜਾਂਦੇ ਹਾਂ। ਪਰ ਤਰਾਸਦੀ ਦੀ ਗੱਲ ਇਹ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਮਨੁੱਖ ਹੀ ਇਸ ਗੱਲ ਨੂੰ ਸਮਝਦਾ ਹੈ, ਮੰਨਦਾ ਹੈ। ਅਸੀਂ ਇਹਨਾਂ ਵਰਤਾਰਿਆਂ ਤੇ ਧਿਆਨ ਨਹੀਂ ਦਿੰਦੇ, ਅਸੀਂ ਇਹਨਾਂ ਵਰਤਾਰਿਆਂ ਦਾ ਫਾਇਦਾ ਚੱਕ ਲੈਂਦੇ ਹਾਂ। ਅਸੀਂ ਤੇ ਇਹ ਸਮਝ ਲੈਂਦੇ ਹਾਂ ਕਿ ਇਹ ਸਿਸਟਮ ਤੇ ਕੁਦਰਤ ਦਾ ਬਣਾਇਆ ਹੀ ਹੋਇਆ, ਸਾਡੇ ਮੰਨਣ ਨਾਲ ਜਾਂ ਨਾ ਮੰਨਣ ਨਾਲ ਕਿਤੇ ਖਤਮ ਤੇ ਨਹੀਂ ਹੋਣ ਲੱਗਿਆ। ਪਰ ਇਹ ਬਿਲਕੁਲ ਉਸੇ ਪ੍ਰਕਾਰ ਹੈ ਜਿਵੇਂ ਕੋਈ ਸਾਡੀ ਸਹਾਇਤਾ ਕਰੇ ਤੇ ਅਸੀਂ ਉਹਦਾ ਗੁਣ ਵੀ ਨਾ ਜਾਣੀਏ, ਅਸੀਂ ਅਹਿਸਾਨ ਫਰਾਮੋਸ਼ ਹੋ ਜਾਈਏ। ਇਹ ਬਿਲਕੁਲ ਉਸੇ ਪ੍ਰਕਾਰ ਹੀ ਹੈ ਕਿ ਪ੍ਰਮਾਤਮਾ ਨੇ ਸਾਡੇ ਲਈ ਇਹ ਸਾਰਾ ਸਿਸਟਮ ਬਣਾਇਆ ਤੇ ਅਸੀਂ ਉਸ ਪ੍ਰਮਾਤਮਾ ਨੂੰ ਹੀ ਵਿਸਾਰ ਦਿੱਤਾ। ਅੱਗੇ ਚੱਲਦੇ ਹਾਂ। ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਉਹ ਅਕਾਲ ਪੁਰਖ ਸਾਨੂੰ ਕਿਉਂ ਭੁੱਲ ਜਾਂਦਾ ਹੈ ਜੋ ਮਾਇਆ ਰੂਪ ਜ਼ਹਿਰ ਤੋਂ ਸਾਨੂੰ ਬਚਾਉਂਦਾ ਹੈ, ਕਈ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਆਪਣੇ ਨਾਲ ਮਿਲਾਦਾ ਹੈ। ਗੁਰ ਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਗੁਰੂ ਜੀ ਕਹਿੰਦੇ ਮੈਨੂੰ ਤੇ ਮੇਰੇ ਪੂਰੇ ਗੁਰੂ ਨੇ ਇਹੀ ਗੱਲ ਸਮਝਾਈ ਹੈ ਜੋ ਆਪਾਂ ਉੱਪਰ ਕੀਤੀ ਹੈ। ਹੇ ਨਾਨਕ, ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ, ਮੇਰੇ ਗੁਰੂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ। ਜਿਨ੍ਹਾਂ ਸੇਵਕਾਂ ਨੂੰ ਗੁਰੂ ਨੇ ਇਹ ਸਿੱਖਿਆ ਦੇ ਦਿੱਤੀ, ਉਹਨਾਂ ਸੇਵਕਾਂ ਨੇ ਵੀ ਆਪਣੇ ਪ੍ਰਭੂ ਨੂੰ ਸਿਮਰਿਆ ਹੈ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਆਪਣੇ ਸੱਜਣ ਜਨਾਂ ਨੂੰ, ਆਪਣੇ ਸੰਤ ਜਨਾਂ ਨੂੰ ਹਦਾਇਤ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਹੇ ਸੱਜਣ ਜਨੋ, ਹੇ ਸੰਤ ਜਨੋ, ਸਾਜਨ ਸੰਤ ਕਰੋ ਇਹ ਕਾਮ, ਇਹ ਕੰਮ ਕਰੋ, ਆਨ ਤਿਆਗ ਜਪੋ ਹਰ ਨਾਮ। ਬਾਕੀ ਸਾਰੇ ਆਹਰ ਛੱਡ ਕੇ
ਉਸ ਪ੍ਰਮਾਤਮਾ ਦਾ ਨਾਮ ਜਪੋ। ਇੱਥੇ ਜੋ ਆਹਰ ਹਨ ਉਹ ਸਰੀਰਕ ਨਹੀਂ ਹਨ, ਉਹ ਮਾਨਸਿਕ ਹਨ। ਇਹ ਨਹੀਂ ਹੈ ਕਿ ਅਸੀਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਜੋ ਕਾਰਜ ਹਨ ਉਹਨਾਂ ਨੂੰ ਛੱਡ ਕੇ ਤੇ ਪ੍ਰਮਾਤਮਾ ਦਾ ਨਾਮ ਜਪਦੇ ਰਹੀਏ। ਇਹ ਆਹਰ ਮਾਨਸਿਕ ਹਨ। ਹਰ ਵਕਤ ਸਾਡਾ ਮਨ ਕਿਸੇ ਨਾ ਕਿਸੇ ਸੋਚ ਦੇ ਵਿੱਚ ਡੁੱਬਾ ਹੁੰਦਾ ਹੈ। ਸਾਡੇ ਜੀਵਨ ਦੇ ਕੁਝ ਮਕਸਦ ਹੁੰਦੇ ਨੇ, ਉਹਨਾਂ ਬਾਰੇ ਅਸੀਂ ਸਦਾ ਹੀ ਸੋਚਦੇ ਰਹਿੰਦੇ ਹਾਂ। ਜ਼ਿਆਦਾਤਰ ਸਾਡਾ ਮਨ ਮਾਇਆ ਦੇ ਆਹਰੇ ਲੱਗਿਆ ਹੁੰਦਾ ਹੈ। ਅਸੀਂ ਸੰਸਾਰਕ ਮੋਹ ਮਾਇਆ ਦੀਆਂ ਗੱਲਾਂ ਹੀ ਸੋਚਦੇ ਰਹਿੰਦੇ ਹਾਂ। ਬੇਸ਼ੱਕ ਉਹ ਇਹ ਖਿਆਲ ਹੋਣ ਕਿ ਹੋਰ ਜ਼ਿਆਦਾ ਪੈਸਾ ਕਿਵੇਂ ਕਮਾਉਣਾ ਹੈ, ਬੇਸ਼ੱਕ ਇਹ ਖਿਆਲ ਹੋਵੇ ਕਿ ਆਪਣੇ ਪਰਿਵਾਰ ਦੀ ਰੱਖਿਆ ਕਿਵੇਂ ਕਰਨੀ ਹੈ, ਜਾਂ ਫਿਰ ਜੋ ਇਨਸਾਨ ਸਾਨੂੰ ਛੱਡ ਕੇ ਚਲਾ ਗਿਆ, ਕਈ ਵਾਰ ਉਹਦੀ ਸੋਚ ਦੇ ਵਿੱਚ ਅਸੀਂ ਡੁੱਬ ਜਾਂਦੇ ਹਾਂ। ਥੋੜ੍ਹਾ ਦੁਖੀ ਵੀ ਹੋ ਲੈਂਦੇ ਹਾਂ ਕਿ ਹਾਲੇ ਕੁਝ ਸਮਾਂ ਪਹਿਲਾਂ ਤੱਕ ਤੇ ਉਹ ਸਾਡੇ ਨਾਲ ਸੀ, ਅੱਜ ਸਾਡੇ ਨਾਲ ਨਹੀਂ ਹੈ। ਸੋ ਇਸ ਪ੍ਰਕਾਰ ਹਰ ਵਕਤ ਸਾਡਾ ਜੋ ਮਨ ਹੈ ਉਹ ਕਿਸੇ ਨਾ ਕਿਸੇ ਦੁਨਿਆਵੀ ਸੋਚ ਦੇ ਵਿੱਚ ਲੱਗਿਆ ਹੋਇਆ ਹੈ। ਉਹ ਵਾਲੇ ਆਹਰ ਛੱਡ ਕੇ, ਉਹ ਵਾਲੀ ਸੋਚ ਛੱਡ ਕੇ ਆਪਣੇ ਮਨ ਨੂੰ ਅਸੀਂ ਪਰਮਾਤਮਾ ਦੀ ਭਗਤੀ ਦੇ ਵਿੱਚ ਜੋੜਨਾ ਹੈ। ਹਰ ਵਕਤ ਹੀ ਭਗਤੀ ਭਾਵ ਦੇ ਵਿੱਚ ਰਹਿਣਾ ਹੈ। ਹਰ ਵਕਤ ਹੀ ਪਰਮਾਤਮਾ ਦੀ ਤਾਬਿਆ ਹੇਠ ਰਹਿਣਾ ਹੈ। ਸਾਡੇ ਮਨ ਦੇ ਵਿੱਚ ਇਸ ਸੋਚ ਦਾ ਨਿਰੰਤਰ ਪ੍ਰਭਾਵ ਚੱਲਦਾ ਰਹਿਣਾ ਚਾਹੀਦਾ ਹੈ ਕਿ ਜੇਕਰ ਅੱਜ ਮੈਂ ਸਾਹ ਲੈ ਰਿਹਾ ਹਾਂ, ਜੇਕਰ ਇਸ ਵਕਤ ਮੈਂ ਸਾਹ ਲੈ ਰਿਹਾ ਹਾਂ ਤਾਂ ਪਰਮਾਤਮਾ ਦੀ ਮੇਰੇ ਤੇ ਬਖਸ਼ਿਸ਼ ਹੈ। ਜੇਕਰ ਇਸ ਵਕਤ ਮੈਂ ਕੰਮ ਕਰਕੇ ਪੈਸਾ ਕਮਾ ਕੇ ਆਪਣਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਪਾ ਰਿਹਾ ਹਾਂ, ਇਹ ਪਰਮਾਤਮਾ ਦੀ ਮਿਹਰ ਹੈ ਮੇਰੇ ਤੇ। ਇਹ ਸੋਚ ਸਾਡੇ ਮਨ ਦੇ ਵਿੱਚ ਬਾਕੀ ਸਾਰੀਆਂ ਸੋਚਾਂ ਦੇ ਉੱਪਰ ਹਾਵੀ ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਅਸੀਂ ਸਥਿਰਤਾ ਹਾਸਲ ਕਰਦੇ ਹਾਂ। ਇਸ ਪ੍ਰਕਾਰ ਅਸੀਂ ਆਪਣਾ ਆਪਾ ਭਾਵ ਗਵਾਉਂਦੇ ਹਾਂ। ਇਸ ਪ੍ਰਕਾਰ ਹੌਲੀ ਹੌਲੀ ਸਾਡੀ ਹਉਮੈ ਖਤਮ ਹੁੰਦੀ ਜਾਂਦੀ ਹੈ, ਕਿਉਂਕਿ ਹਉਮੈ ਨੂੰ ਵੀ ਇਹ ਯਕੀਨ ਹੋਣ ਲੱਗਦਾ ਹੈ ਕਿ ਇਹ ਜੋ ਕੁਝ ਵੀ ਮੇਰੇ ਜੀਵਨ ਦੇ ਵਿੱਚ ਹੋ ਰਿਹਾ ਹੈ ਉਹ ਮੈਂ ਨਹੀਂ ਕਰ ਰਿਹਾ, ਉਹ ਪ੍ਰਮਾਤਮਾ ਮੇਰੇ ਤੋਂ ਕਰਵਾ ਰਿਹਾ ਹੈ। ਅੱਗੇ ਚੱਲਦੇ ਹਾਂ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਨੂੰ ਸਦਾ ਹੀ ਸਿਮਰੋ ਤੇ ਸਿਮਰ ਕੇ ਸੁੱਖ ਹਾਸਲ ਕਰੋ। ਜਿਸ ਸੋਚ ਦੀ ਅਸੀਂ ਹੁਣੇ ਗੱਲ ਕੀਤੀ ਹੈ, ਉਸ ਸੋਚ ਦਾ ਜੇ ਨਿਰੰਤਰ ਪ੍ਰਭਾਵ ਸਾਡੇ ਮਨ ਦੇ ਵਿੱਚ ਚੱਲਦਾ ਰਹੇ ਤਾਂ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਦੁਖੀ ਹੋਣੋਂ ਹਟ ਜਾਂਦੇ ਹਾਂ। ਅਸੀਂ ਪ੍ਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗਦੇ ਹਾਂ, ਉਹਨੂੰ ਕਬੂਲਣ ਲੱਗਦੇ ਹਾਂ, ਤਾਂ ਹੌਲੀ ਹੌਲੀ ਆਪਣੇ ਆਪ ਹੀ ਹਮੇਸ਼ਾ ਦੇ ਲਈ ਨਿਰੰਤਰ ਸੁੱਖ ਦੀ ਸਥਿਤੀ ਦੇ ਵਿੱਚ ਅਸੀਂ ਚੱਲ ਜਾਂਦੇ ਹਾਂ। ਸੋ ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਇਸ ਸੋਚ ਨੂੰ ਅਸੀਂ ਆਪਣੇ ਮਨ ਦੇ ਵਿੱਚ ਤਾਂ ਪਰਪੱਕ ਕਰਨਾ ਹੀ ਹੈ, ਬਲਕਿ ਦੂਜਿਆਂ ਨੂੰ ਵੀ ਇਹ ਪ੍ਰੇਰਨਾ ਦੇਣ ਦੀ ਕੋਸ਼ਿਸ਼ ਕਰਨੀ ਹੈ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜੇਕਰ ਅਸੀਂ ਆਪਣਾ ਪਿਆਰ ਲਾਈਏ, ਪ੍ਰਮਾਤਮਾ ਦੀ ਭਗਤੀ ਨੂੰ ਪਿਆਰ ਕਰੀਏ, ਇਸ ਪ੍ਰਕਾਰ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਾਂ, ਤਰ ਜਾਂਦੇ ਹਾਂ। ਬਿਨਾਂ ਭਗਤੀ ਤੋਂ ਇਹ ਸਰੀਰ ਸੁਆਹ ਵਰਗਾ ਹੈ। ਜਦੋਂ ਮਨ ਦੇ ਵਿੱਚ ਚਿੰਤਾਵਾਂ ਘਿਰੀਆਂ ਹੋਣ ਤਾਂ ਤਨ ਵੀ ਝੂਠਾ ਪੈ ਜਾਂਦਾ ਹੈ। ਕੁਝ ਕਰਨ ਨੂੰ ਦਿਲ ਨਹੀਂ ਕਰਦਾ, ਤੇ ਜਿਹੜਾ ਤਨ ਕੁਝ ਕਰ ਨਹੀਂ ਰਿਹਾ ਉਹ ਸੁਆਹ ਵਰਗਾ ਹੀ ਹੋ ਜਾਂਦਾ ਹੈ। ਤੇ ਜਦੋਂ ਅਸੀਂ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜੁੜੇ ਰਹੀਏ ਤਾਂ ਮਨ ਹਮੇਸ਼ਾ ਹੀ ਦਰੁਸਤ ਰਹਿੰਦਾ ਹੈ, ਅਡੋਲਤਾ ਵਾਲੀ ਅਵਸਥਾ ਦੇ ਵਿੱਚ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਤੇ ਜਦੋਂ ਮਨ ਖੁਸ਼ ਹੋਵੇ ਤਾਂ ਸਰੀਰ ਦੇ ਵਿੱਚ ਵੀ ਚੁਸਤੀ ਆਈ ਰਹਿੰਦੀ ਹੈ। ਸਰਬ ਕਲਿਆਣ ਸੂਖ ਨਿਧ ਨਾਮ, ਬੂਡਤ ਜਾਤ ਪਾਏ ਵਿਸ਼ਰਾਮ। ਪ੍ਰਮਾਤਮਾ ਦਾ ਨਾਮ
ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਸਰਬ ਕਲਿਆਣ ਸਭਨਾਂ ਦਾ ਕਲਿਆਣ ਕਰਨ ਦੇ ਯੋਗ ਹੈ। ਡੁੱਬਦੇ ਜਾਂਦੇ ਨੂੰ ਸਹਾਰਾ ਦਿੰਦਾ ਹੈ। ਬੂਡਤ ਜਾਤ ਪਾਏ ਵਿਸ਼ਰਾਮ। ਪ੍ਰਮਾਤਮਾ ਦੇ ਨਾਮ ਦੇ ਸਹਾਰੇ ਡੁੱਬਦਾ ਹੋਇਆ ਵੀ ਵਿਸ਼ਰਾਮ ਹਾਸਲ ਕਰ ਲੈਂਦਾ ਹੈ, ਆਸਰਾ ਟਿਕਾਣਾ ਹਾਸਲ ਕਰ ਲੈਂਦਾ ਹੈ। ਸਗਲ ਦੂਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਪ੍ਰਭੂ ਦੇ ਨਾਮ ਦੇ ਸਹਾਰੇ ਸਾਰੇ ਦੁੱਖਾਂ ਦਾ ਵੀ ਨਾਸ ਹੋ ਜਾਂਦਾ ਹੈ। ਇਸ ਲਈ ਹੇ ਨਾਨਕ ਨਾਮ ਜਪੋ, ਨਾਮ ਹੀ ਗੁਣਾਂ ਦਾ ਖਜ਼ਾਨਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਸੁਆਓ ਤੋਂ ਭਾਵ ਚਾਹਤ। ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਨਾਲ ਪ੍ਰੀਤ ਪੈਦਾ ਹੋ ਗਈ, ਜਿਸ ਨੇ ਪ੍ਰਭੂ ਦੇ ਪਿਆਰ ਦਾ ਸਵਾਦ ਚੱਖ ਲਿਆ, ਪ੍ਰਭੂ ਨਾਲ ਮਿਲਾਪ ਦੀ ਤਾਂਘ ਉਹਦੇ ਮਨ ਵਿੱਚ ਪੈਦਾ ਹੋ ਜਾਂਦੀ ਹੈ। ਪ੍ਰਭੂ ਦਾ ਨਾਮ ਹਾਸਲ ਕਰਨ ਦੀ ਚਾਹਤ ਉਹਦੇ ਮਨ ਵਿੱਚ ਪੈਦਾ ਹੋ ਜਾਂਦੀ ਹੈ। ਨੇਤਰੋਂ ਪੇਖ ਦਰਸ਼ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ। ਅੱਖਾਂ ਦੇ ਨਾਲ ਆਪਣੇ ਗੁਰੂ ਦਾ ਦੀਦਾਰ ਕਰਕੇ ਉਸ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਅਸੀਂ ਬੇਸ਼ੱਕ ਕਿੰਨੀ ਵੀ ਚਿੰਤਾ ਦੇ ਵਿੱਚ ਹੋਈਏ, ਕਿਸੇ ਵੀ ਪ੍ਰਕਾਰ ਦੇ ਮਾਨਸਿਕ ਹਾਲਾਤ ਦੇ ਵਿੱਚੋਂ ਗੁਜ਼ਰਦੇ ਹੋਈਏ, ਉੱਥੇ ਸਾਡੇ ਸਾਹਮਣੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਜਾਵੇ, ਬੇਸ਼ੱਕ ਰਾਹ 'ਤੇ ਚੱਲਦੇ ਹੋਇਆਂ ਦੇ ਸਾਹਮਣੇ ਆ ਜਾਵੇ, ਜਾਂ ਫਿਰ ਰਸਤੇ ਵਿੱਚ ਕੋਈ ਗੁਰੂ ਘਰ ਮਿਲ ਜਾਏ, ਤਾਂ ਕੁਝ ਪਲ ਦੇ ਲਈ ਅਸੀਂ ਸਾਰੀ ਚਿੰਤਾ ਭੁੱਲ ਕੇ ਗੁਰੂ ਵੱਲ ਤੱਕ ਕੇ ਆਪਣਾ ਸੀਸ ਨਿਵਾਉਂਦੇ ਹਾਂ। ਕੁਝ ਪਲਾਂ ਦੇ ਲਈ ਅਸੀਂ ਸਭ ਚਿੰਤਾਵਾਂ ਭੁੱਲ ਜਾਂਦੇ ਹਾਂ। ਕਿਉਂ? ਗੁਰੂ ਦਾ ਦਰਸ਼ਨ ਕਰਕੇ। ਸੋ ਅੱਖਾਂ ਦੇ ਨਾਲ ਵੀ ਜਦੋਂ ਅਸੀਂ ਗੁਰੂ ਦਾ ਦੀਦਾਰ ਕਰਦੇ ਹਾਂ ਤਾਂ ਸਾਨੂੰ ਸੁੱਖ ਮਹਿਸੂਸ ਹੁੰਦਾ ਹੈ। ਅਤੇ ਜੇਕਰ ਗੁਰੂ ਦੀ ਸੇਵਾ ਦਾ ਮੌਕਾ ਮਿਲ ਜਾਏ ਤਾਂ ਸਾਡਾ ਮਨ ਖਿੜ ਆਉਂਦਾ ਹੈ। ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਭਗਤਾਂ ਦੇ ਮਨ ਤੇ ਸਰੀਰ ਵਿੱਚ ਪ੍ਰਭੂ ਦਾ ਪਿਆਰ ਟਿਕਿਆ ਰਹਿੰਦਾ ਹੈ, ਪਰ ਭਗਤਾਂ ਦੀ ਸੰਗਤ ਕਿਸੇ ਵਿਰਲੇ ਤੇ ਭਾਗਾਂ ਵਾਲੇ ਮਨੁੱਖ ਨੂੰ ਹੀ ਨਸੀਬ ਹੁੰਦੀ ਹੈ। ਏਕ ਬਸਤ ਦੀਜੈ ਕਰ ਮਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਅਰਦਾਸ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਹੇ ਪ੍ਰਮਾਤਮਾ, ਮੇਰੇ ਤੇ ਮਿਹਰ ਕਰ ਤੇ ਮੈਨੂੰ ਇੱਕ ਵਸਤੂ ਦੇ ਦੇ। ਉਹ ਵਸਤੂ ਤੇਰਾ ਨਾਮ ਹੈ, ਤਾਂ ਕਿ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਤੇਰਾ ਨਾਮ ਜਪ ਸਕੀਏ। ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਉਸ ਪ੍ਰਮਾਤਮਾ ਦੀ ਗੱਲ ਕਰਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਉਹ ਪ੍ਰਭੂ ਸਭ ਥਾਈਂ ਮੌਜੂਦ ਹੈ, ਸਰਬ ਸਮਾਏ, ਸਭਨਾਂ ਦੇ ਵਿੱਚ ਸਮਾਇਆ ਹੋਇਆ ਹੈ, ਤਾਂ ਕਿ ਉਪਮਾ ਕਹੀ ਨਾ ਜਾਏ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ। ਇਹ ਵਾਲੀ ਜੋ ਪਦੀ ਹੈ, ਇਹਦੀਆਂ ਪਹਿਲੀਆਂ 6 ਪੰਕਤੀਆਂ ਦੇ ਵਿੱਚ ਵੱਖ-ਵੱਖ ਸ਼ਬਦਾਂ ਦੇ ਨਾਲ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ। ਹੇ ਬਖਸ਼ਣਹਾਰ ਪ੍ਰਭੂ, ਦੀਨ ਦਿਆਲ ਭਾਵ ਗਰੀਬਾਂ ਦੇ ਉੱਪਰ ਤਰਸ ਕਰਨ ਵਾਲੇ ਪ੍ਰਭੂ, ਭਗਤ ਵਸ਼ਲ ਭਗਤੀ ਦੇ ਨਾਲ ਪਿਆਰ ਕਰਨ ਵਾਲੇ ਪ੍ਰਭੂ, ਸਦਾ ਕਿਰਪਾਲ, ਹੇ ਸਦਾ ਹੀ ਦਇਆ ਦੇ ਘਰ ਪ੍ਰਭੂ, ਅਨਾਥ ਨਾਥ ਗੋਬਿੰਦ ਗੋਪਾਲ। ਹੇ ਅਨਾਥਾਂ ਦੇ ਨਾਥ, ਹੇ ਗੋਬਿੰਦ, ਹੇ ਗੋਪਾਲ। ਸਰਬ ਘਟਾ ਕਰਤ ਪ੍ਰਤਪਾਲ, ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ ਪ੍ਰਭੂ, ਆਦਿ ਪੁਰਖ ਕਾਰਨ ਕਰਤਾਰ। ਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ, ਹੇ ਜਗਤ ਦੇ ਮੂਲ ਪ੍ਰਭੂ, ਹੇ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ,
ਭਗਤਾਂ ਦੀ ਜ਼ਿੰਦਗੀ ਦੇ ਆਸਰੇ ਪ੍ਰਭੂ। ਸੋ ਵੱਖ-ਵੱਖ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕਰਦੇ ਹਨ ਤੇ ਫਿਰ ਲਿਖਦੇ ਹਨ ਕਿ ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ। ਜੋ ਜੋ ਮਨੁੱਖ ਭਗਤੀ ਭਾਵ ਦੇ ਨਾਲ ਆਪਣੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਬੀਜ ਬੀਜਦਾ ਹੈ, ਪ੍ਰੇਮ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ, ਜੋ ਜੋ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ, ਪੁਨੀਤ ਹੋ ਜਾਂਦਾ ਹੈ। ਹਮ ਨਿਰਗੁਣਿਆਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਗੁਰੂ ਜੀ ਕਹਿੰਦੇ ਕਿ ਹੇ ਪ੍ਰਮਾਤਮਾ, ਅਸੀਂ ਤੇ ਨਿਰਗੁਣਿਆਰ ਹਾਂ, ਗੁਣਹੀਨ ਹਾਂ, ਨੀਚ ਹਾਂ, ਅਣਜਾਣ ਹਾਂ, ਇਸੇ ਲਈ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਹੇ ਅਕਾਲ ਪੁਰਖ, ਹੇ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਜਿਸ ਮਨੁੱਖ ਨੇ ਇੱਕ ਪਲ ਦੇ ਲਈ ਵੀ ਪਰਮਾਤਮਾ ਦੇ ਗੁਣ ਗਾਏ ਹਨ, ਉਸ ਨੂੰ ਮਾਨੋ ਸਾਰੇ ਹੀ ਸਵਰਗ, ਮੋਕਸ਼ ਤੇ ਮੁਕਤੀ ਪ੍ਰਾਪਤ ਹੋ ਗਏ ਹਨ। ਇੱਕ ਪਲ ਦੇ ਲਈ ਵੀ ਸੱਚੇ ਦਿਲੋਂ ਜੇਕਰ ਅਸੀਂ ਪਰਮਾਤਮਾ ਨੂੰ ਚੇਤੇ ਕਰੀਏ, ਆਪਣੇ ਆਪ ਨੂੰ ਉਸ ਪਰਮਾਤਮਾ ਦਾ ਅੰਸ਼ ਸਮਝੀਏ, ਤਾਂ ਉਹ ਪਲ ਸਾਡੀ ਜ਼ਿੰਦਗੀ ਦੇ ਸਭਨਾਂ ਤੋਂ ਵੀ ਜ਼ਿਆਦਾ ਸੁਖਦਾਈ ਪਲਾਂ ਦੇ ਵਿੱਚੋਂ ਇੱਕ ਹੋਏਗਾ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਨਾਮ ਦੀ ਕਥਾ, ਪ੍ਰਭੂ ਦੀ ਗੱਲਬਾਤ ਮਿੱਠੀ ਲੱਗਣ ਲੱਗ ਜਾਏ, ਉਹਨੂੰ ਮੰਨੋ ਅਨੇਕਾਂ ਹੀ ਰਾਜ ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਜਿਸ ਮਨੁੱਖ ਦੀ ਰਸਨਾ, ਜਿਸ ਮਨੁੱਖ ਦੀ ਜੀਵ ਹਰ ਰੋਜ਼ ਹੀ ਉਸ ਪਰਮਾਤਮਾ ਦਾ ਨਾਮ ਜਪਦੀ ਹੈ, ਉਸ ਨੂੰ ਮਾਨੋ ਕਈ ਕਿਸਮ ਦੇ ਖਾਣੇ, ਕੱਪੜੇ ਤੇ ਰਾਗ ਰੰਗ ਹਾਸਲ ਹੋ ਗਏ ਹਨ। ਭਲੀ ਸੋ ਕਰਨੀ ਸ਼ੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਜਿਸ ਮਨੁੱਖ ਦੇ ਹਿਰਦੇ ਵਿੱਚ ਪੂਰੇ ਗੁਰੂ ਦਾ ਉਪਦੇਸ਼ ਵਸਦਾ ਹੈ, ਹਿਰਦੈ ਬਸੇ ਪੂਰਨ ਗੁਰਮੰਤ। ਭਲੀ ਸੋ ਕਰਨੀ ਸ਼ੋਭਾ ਧਨਵੰਤ, ਉਹਦਾ ਆਚਰਣ ਵੀ ਭਲਾ ਹੋ ਜਾਂਦਾ ਹੈ, ਉਹਨੂੰ ਸ਼ੋਭਾ ਵੀ ਮਿਲਦੀ ਹੈ ਤੇ ਉਹੀ ਅਸਲ ਧਨਾੜ ਹੈ। ਸਾਧ ਸੰਗ ਪ੍ਰਭ ਤਿਹੋ ਨਿਵਾਸ, ਸਰਬ ਸੂਖ ਨਾਨਕ ਪ੍ਰਗਾਸ। ਹੇ ਪ੍ਰਭੂ, ਆਪਣੇ ਸੰਤਾਂ ਦੀ ਸੰਗਤ ਦੇ ਵਿੱਚ ਸਾਨੂੰ ਥਾਂ ਦੇ, ਕਿਉਂਕਿ ਸਤ ਸੰਗ ਦੇ ਵਿੱਚ ਰਿਹਾ ਹਿਰਦੇ ਵਿੱਚ ਸਾਰੇ ਹੀ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੁਖਮਣੀ ਸਾਹਿਬ ਜੀ ਦੀ ਬਾਣੀ ਦੀ 20ਵੀਂ ਅਸ਼ਟਪਦੀ ਦੇ ਵਿੱਚ ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਬੇਨਤੀ ਕਰਨ ਵਾਲੇ ਭਾਵ ਦੇ ਵਿੱਚ ਹਨ। ਸਾਰੀਆਂ ਹੀ ਪਦੀਆਂ ਜੋ ਅਸੀਂ ਪੜ੍ਹੀਆਂ ਹਨ, ਉਹਨਾਂ ਦੇ ਵਿੱਚ ਮੁੜ-ਮੁੜ ਉਸ ਪਰਮਾਤਮਾ ਦੀ ਭਗਤੀ ਦੀ ਗੱਲ ਹੋਈ ਹੈ। ਮੁੜ-ਮੁੜ ਇਹ ਗੱਲ ਹੋਈ ਹੈ ਕਿ ਹੇ ਪਰਮਾਤਮਾ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਕਿ ਮੈਂ ਨਿਰਗੁਣਿਆਰ ਹਾਂ, ਅਣਜਾਣ ਹਾਂ, ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਮੇਰੀ ਲਾਜ ਰੱਖ ਲੈ, ਮੈਨੂੰ ਆਪਣੀ ਭਗਤੀ ਦੇ ਵਿੱਚ ਜੋੜ ਲੈ, ਮੈਨੂੰ ਆਪਣਾ ਨਾਮ ਬਖਸ਼ ਦੇ। ਕਿਉਂਕਿ ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ ਹੈ, ਉਹ ਸਹੀ ਮਾਨਿਆਂ ਦੇ ਵਿੱਚ ਤ੍ਰਿਪਤ ਹੋ ਗਏ ਹਨ, ਉਹ ਰੱਜ ਗਏ ਹਨ। ਉਹਨਾਂ ਦੇ ਮਨ ਵਿੱਚ ਸਦਾ ਹੀ ਖਿੜਾਓ ਰਹਿੰਦਾ ਹੈ, ਸਦਾ ਹੀ ਉਹ ਖੁਸ਼ ਰਹਿੰਦੇ ਹਨ, ਉਹਨਾਂ ਦੇ ਮਾਇਆ ਦੇ ਬੰਧਨ ਕੱਟੇ ਜਾਂਦੇ ਹਨ। ਸੋ ਭਾਈ, ਅਸੀਂ ਵੀ ਕੋਸ਼ਿਸ਼ ਕਰੀਏ ਕਿ ਆਪਣੇ ਮਨ ਦੀਆਂ ਸਾਰੀਆਂ ਚਿੰਤਾਵਾਂ ਛੱਡ ਕੇ ਆਪਣੇ ਮਨ ਨੂੰ ਸਦਾ ਹੀ ਦੁਨਿਆਵੀ ਸੋਚ ਦੇ ਵਿੱਚ ਲਗਾਉਣ ਦੀ ਬਜਾਏ ਜ਼ਿਆਦਾਤਰ ਸਮਾਂ ਪਰਮਾਤਮਾ ਦੇ ਨਾਲ ਜੋੜੀਏ, ਪਰਮਾਤਮਾ ਦੇ ਬਾਰੇ ਸੋਚੀਏ। ਸਦਾ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਰੱਖੀਏ ਕਿ ਅਸੀਂ ਪਰਮਾਤਮਾ ਦੀ ਤਾਬਿਆ ਹੇਠ ਹਾਂ। ਆਪਣੇ ਆਪ ਨੂੰ ਕਦੇ ਉੱਚਾ ਨਾ ਸਮਝੀਏ, ਆਪਣੇ ਆਪ ਨੂੰ ਸਦਾ ਹੀ ਪਰਮਾਤਮਾ ਦੇ ਅਧੀਨ ਸਮਝੀਏ। ਇਸ ਪ੍ਰਕਾਰ ਹੌਲੀ ਹੌਲੀ ਸਾਡੇ ਅੰਦਰੋਂ ਸਾਡੀ ਹਉਮੈ, ਸਾਡਾ ਆਪਾ ਭਾਵ
ਖਤਮ ਹੋ ਜਾਏਗਾ ਤੇ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਹੋਰ ਵੀ ਗੂੜੀ ਹੋ ਜਾਏਗੀ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।